बड़े ही ਜ਼ਾਲਮਾਨਾ और ना सिर्फ सिर जुदा कर दिता जाता है धड़ तो बल्कि वो बेलिबास भी है। ਉਸੇ ਬਰਛੀਆਂ ਦਾ ਉਹਦਾ ਗਲਾ ਕੱਟਿਆ ਬੇਦਰਦੀ ਨਾਲ। ਉਹ ਗਲਾ ਕੱਟਣ ਤੋਂ ਬਾਅਦ ਕਿਸੇ ਵੇਖਿਆ ਵੀ ਬੰਦਾ ਮਰ ਗਿਆ। ਉਸ ਤੋਂ ਬਾਅਦ ਉਹਦੀ ਇੱਕ ਉਹਦਾ ਸਿਰ ਸੀ ਉਹ ਅਲੱਗਾ ਕਰਕੇ ਨਾ ਇੱਕ ਛਾਪਰ 'ਚ ਪਾਇਆ। ਕੱਪੜੇ ਉਹਦੇ ਕਿਹੜੇ ਖੂਨ ਲੂਦ ਬਾਕੀ ਬੱਚੇ ਸੀ ਉਹ ਛਾਪਰ 'ਚ ਪਏ ਨੇ। ਛਾਪਰ 'ਚ ਪਾ ਕੇ ਉਹਨੇ ਮੁਕੰਮਲ ਆਇਡੈਂਟੀ ਖਤਮ ਕਰਤੀ ਵੀ ਕੋਈ ਬੰਦਾ ਦੀ ਸ਼ਨਾਖਤ ਨਾ ਕਰੇ। कि जी इस शख्स ने मेरी बेटी नाल ज्यादती की है, मैं पुलिस नूं इतला दी है, लिहाजा ये मफरूर है। ਫੈਸਲਾਬਾਦ ਦੇ ਵਿੱਚ ਬੜਾ ਅਫਸੋਸਨਾਕ ਇੱਕ ਵਾਕਿਆ ਪੇਸ਼ ਆਇਆ ਸੀ ਕਿ ਲਾਸ਼ ਮਿਲਦੀ ਜਿਹਦਾ ਸਿਰ ਕੱਟਿਆ ਹੁੰਦਾ ਹੈ ਥਾਣਾ ਸਾਈਆਂ ਵਾਲੇ ਇਲਾਕੇ ਦੇ ਵਿੱਚ। ਉਹ ਮੁਲਜ਼ਮ ਗ੍ਰਿਫਤਾਰ ਹੋ ਗਏ ਨੇ। ਇਹਨਾਂ ਦੇ ਹਵਾਲੇ ਐਸਪੀ ਇਕਬਾਲ ਟੋਨ ਸਈਦ ਸਾਹਿਬ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਪਹਿਲੇ ਤੇ ਵਾਕਿਆ ਬੜਾ ਹੀ ਅਫਸੋਸਨਾਕ ਸੀ, ਜਿਹੜਾ ਬੜਾ ਬੇਦਰਦੀ ਨਾਲ ਇਹਨਾਂ ਦਾ ਕਤਲ ਕੀਤਾ ਸੀ। ਕਿੰਜ ਸਰ ਪੁਲਿਸ ਇਹਨਾਂ ਤੱਕ ਪਹੁੰਚਦੀ ਹੈ, ਕੋਈ ਉਹਦਾ ਸਬੂਤ ਨਹੀਂ ਸੀ, ਕਿੰਜ ਇਹਨਾਂ ਤੱਕ ਸਰ ਪਹੁੰਚ ਗਏ? इस ਜ਼ਾਲਮਾਨਾ ਵਕੂਏ ਦੇ ਅਸਲ ਵਿੱਚ ਦੋ ਬਿਆਕ ਵਕਤ ਦੋ ਸਿਰੇ ਪੁਲਿਸ ਦੇ ਸਾਹਮਣੇ ਆਏ। ਇੱਕ ਜਗ੍ਹਾ ਤੋਂ ਸਾਈਆਂ ਵਾਲੇ ਦੇ ਏਰੀਏ ਵਿੱਚ ਇੱਕ ਲਾਸ਼ ਲੱਭਦੀ ਹੈ ਜਿੰਦਾ ਕਿ ਸਿਰ ਧੜ ਤੋਂ ਜੁਦਾ ਕਰ ਦਿੱਤਾ ਜਾਂਦਾ ਹੈ ਔਰ ਬੜੇ ਹੀ ਜ਼ਾਲਮਾਨਾ ਔਰ ਨਾ ਸਿਰਫ ਸਿਰ ਜੁਦਾ ਕਰ ਦਿੱਤਾ ਜਾਂਦਾ ਹੈ ਧੜ ਤੋਂ ਬਲਕਿ ਉਹ ਬੇਲਿਬਾਸ ਵੀ ਹੈ। ਔਰ ਇਸੇ ਤਰ੍ਹਾਂ ਹੀ ਉਧਰੋਂ ਇਹਦੇ ਮਤਵਾਜ਼ੀ ਹੀ ਸਾਨੂੰ ਖਬਰ ਮਿਲਦੀ ਹੈ ਫੈਕਟਰੀ ਏਰੀਆ ਪੁਲਿਸ ਸਟੇਸ਼ਨ ਕਿ ਇੱਕ ਜਾਵੇਦ ਇਕਬਾਲ ਨਾਮੀ ਬੰਦਾ ਜਿਹੜਾ ਹੈ ਉਹ ਅਗਵਾ ਹੋ ਗਿਆ। ਬਜ਼ਾਹਿਰ ਉਸ ਵਕਤ ਤੱਕ ਇਹਨਾਂ ਦੋਨਾਂ ਜਿਹੜੇ ਵਕੂਆ ਵੀ ਸੀ ਉਹਨਾਂ ਦੇ ਸਿਰੇ ਆਪਸ ਵਿੱਚ ਜੁੜ ਨਹੀਂ ਰਹੇ ਸੀ। ਉਸ ਵਕਤ ਉਸ ਵਕੂਏ ਦੀ ਜਿਹੜੀ ਸਰ ਲਾਸ਼ ਲੱਭੀ ਸੀ ਉਹਦੀ ਅਲੱਗਾ ਤਫਤੀਸ਼ ਹੋ ਰਹੀ ਹੈ ਔਰ ਇੱਥੇ ਜਿਹੜਾ ਬੰਦਾ ਗਾਇਬ ਹੋਇਆ ਜਿਹਨੂੰ ਕਿ ਅਗਵਾ ਕਰ ਲਿਆ ਗਿਆ ਉਹਦੀ ਅਲੱਗਾ ਤਫਤੀਸ਼ ਹੁੰਦੀ ਹੈ। ਜੀ ਜੀ। और इस तफ्तीश के दौरान ना सिर्फ ये कि पुलिस ने मेरे SHO फैक्ट्री एरिया रियाज इकबाल साहब ने, बासत साहब ने, साडे साहब इंस्पैक्टर साहब ने ना सिर्फ एक रिवायती तरीका जो पुलिस का तफ्तीश का उनके जरिए भी और जदीद तरीकाकार के जरिए CDR ਲਈ ਅਸੀਂ ਉਹਦੇ ਵਿੱਚ CCTV ਫੁਟੇਜ ਲਈ ਗਈ ਔਰ ਅਲਹਮਦੁਲਿਲਾ ਇਸ ਮਾਮਲੇ ਨੂੰ ਪੁਲਿਸ ਨੇ ਬਹੁਤ ਜਲਦੀ ਜਿਹੜਾ ਕਿ ਇਬਤਦਾਈ ਤੌਰ ਤੇ ਸਿਰਫ ਇੱਕ ਭਿਆਨਕ ਔਰ ਜ਼ਾਲਮਾਨਾ ਫੇਲ ਲੱਗਦਾ ਸੀ। ਨਾ ਸਿਰਫ ਇਹ ਕਿ ਅਸੀਂ ਉਸ ਅਗਵਾ ਵਾਲੇ ਵਕੂਏ ਤੋਂ ਮੁਲਜ਼ਮਾਨ ਨੂੰ ਪਕੜਿਆ, ਮੁਲਜ਼ਮਾਨ ਟਰੇਸ ਕੀਤੇ ਜਿਹੜੇ ਕਿ ਉਸ ਵਕਤ ਤੱਕ ਨਾਮਾਲੂਮ ਸੀ, ਬਲਕਿ ਇਹ ਮੁਲਜ਼ਮਾਨ ਸਾਨੂੰ ਉਸ ਜਗ੍ਹਾ ਤੇ ਵੀ ਲੈ ਕੇ ਗਏ ਜਿਸ ਜਗ੍ਹਾ ਤੇ ਸਾਨੂੰ ਡੈੱਡ ਬੋਡੀ ਮਿਲੀ ਸੀ ਔਰ ਜਿਸ ਜਗ੍ਹਾ ਤੇ ਆਪਣਾ ਅਲੱਗਾ ਇੱਕ ਮੁਕੱਦਮਾ ਦਰਜ ਸੀ। ਨਾ ਸਿਰਫ ਇਹਨਾਂ ਨੇ ਉਸ ਡੈੱਡ ਬੋਡੀ ਦੀ ਨਿਸ਼ਾਨਦੇਹੀ ਕਰਵਾਈ ਕਿ ਇਸ ਜਗ੍ਹਾ ਤੇ ਅਸੀਂ ਵਕੂਆ ਕੀਤਾ ਸੀ, ਬਲਕਿ ਇਹਨਾਂ ਨੇ ਕਿਉਂਕਿ ਜੁਰਮ ਦਾ ਨਿਸ਼ਾਨ ਮਿਟਾਉਣਾ ਚਾਹੁੰਦੇ ਸੀ ਔਰ ਬਹੁਤ ਹੀ ਨਾ ਸਿਰਫ ਮੈਂ ਤੁਹਾਡੇ ਤਵੱਸਤ ਨਾਲ ਦੱਸਣਾ ਚਾਹੁੰਦਾ ਕਿ ਨਾ ਸਿਰਫ ਇਹ ਕਿ ਇਹ ਜ਼ਾਲਮ ਨੇ ਬਲਕਿ ਸ਼ਾਤਰ ਵੀ ਬਹੁਤ ਨੇ। ਇਹਨਾਂ ਨੇ ਉਹਦੀ ਸ਼ਨਾਖਤ ਖਤਮ ਕਰਨ ਵਾਸਤੇ ਕਿ ਫੌਰੀ ਤੌਰ ਤੇ ਸ਼ਨਾਖਤ ਹੀ ਨਾ ਹੋਏ ਕਿ ਸ਼ਖਸ ਕੌਣ ਹੈ, ਇਹਨਾਂ ਨੇ ਉਹਦਾ ਸਿਰ ਜੁਦਾ ਕੀਤਾ ਧੜ ਤੋਂ ਔਰ ਉਸ ਤੋਂ ਬਾਅਦ ਜਿਹੜਾ ਸਿਰ ਸੀ ਉਹ ਸਿਰ ਇੱਕ ਸ਼ੌਪਰ ਵਿੱਚ ਪਾ ਕੇ ਔਰ ਖੂਨ ਆਲੂਦ ਉਹਦੇ ਕੱਪੜੇ ਸਾਰੇ ਉਹ ਉਸ ਤੋਂ ਫਾਸਲੇ ਤੇ ਕਈ ਕਿਲੋਮੀਟਰ ਇੱਧਰ ਚੱਕ ਜੁਮਰਾ ਦੇ ਨਜ਼ਦੀਕ ਐਕਸਪ੍ਰੈਸ ਵੇ ਦੇ ਉੱਤੇ ਨਹਿਰ ਦੇ ਨਾਲ ਝਾੜੀਆਂ ਦੇ ਸਿੱਟ ਦਿੱਤੇ। ਅੱਛਾ ਸਰ, ਮੈਨੂੰ ਥੋੜਾ ਜਿਹਾ ਦੱਸਿਓ ਕਿ ਜਿਹੜਾ ਇਹਨਾਂ ਨੇ ਕਤਲ ਕੀਤਾ ਉਹਦਾ ਇਹਦੇ ਨਾਲ ਕੀ ਰਿਸ਼ਤਾ ਸੀ ਔਰ ਜਿਹਦੇ ਵਿੱਚ ਕਹਿ ਰਹੇ ਨੇ ਸਾਡੀ ਬੇਟੀ ਨਾਲ ਉਹਦੇ ਤਾਲੁਕਾਤ ਸੀਗੇ, ਬੇਟੀ ਦਾ ਉਸ ਲੜਕੇ ਦੇ ਨਾਲ ਕੀ ਤਾਲੁਕਾਤ ਸੀ ਜਿਹਦੀ ਵਜ੍ਹਾ ਤੋਂ ਇਹਨਾਂ ਨੇ ਜਾ ਕੇ ਉਹਦਾ ਕਤਲ ਕੀਤਾ? ਮਰਨ ਵਾਲਾ ਮਕਤੂਲ ਜਿਹੜਾ ਜਾਵੇਦ ਇਕਬਾਲ ਹੈ ਉਹਦੀ ਉਮਰ 50-52 ਸਾਲ। ਜਿਹੜਾ ਇਰਸ਼ਾਦ ਹੈ ਜਿਹੜਾ ਕਿ ਇੱਥੇ ਬਤੌਰ ਮੁਲਜ਼ਮ ਇਸ ਵਕਤ ਗ੍ਰਿਫਤਾਰ ਹੈ, ਇਹ ਉਹਦਾ ਉਸਤਾਦ ਸੀ ਮਛਲੀਆਂ ਪਕੜਨ ਦੇ ਮਾਮਲੇ 'ਚ, ਮਛਲੀਆਂ ਦੇ ਸ਼ਿਕਾਰੀ ਸੀ ਦੋਨੋਂ। ਔਰ ਜਿਹੜੀ ਬੱਚੀ ਦੇ ਨਾਲ ਇਹ ਬਿਆਨ ਕਰ ਰਿਹਾ ਫਿਜ਼ਾ ਉਹਦਾ ਨਾਮ ਹੈ ਬੱਚੀ ਦਾ, 15-16 ਸਾਲ ਦੀ ਉਹਦੀ ਉਮਰ ਹੈ ਔਰ ਉਹ ਇਸ ਇਰਸ਼ਾਦ ਦੀ ਮੁਲਜ਼ਮ ਦੀ ਬੇਟੀ ਹੈ। ਅੱਛਾ ਹਾਂ, ਜਿਸ ਤਰ੍ਹਾਂ ਸਿਰ ਨੂੰ ਜੁਦਾ ਕਰਕੇ ਧੜ ਜੁਰਮ ਦਾ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਇਸੇ ਤਰ੍ਹਾਂ ਹੀ ਇੱਕ ਐਲੀਗੇਸ਼ਨ ਲਾ ਕੇ, ਇਹ ਇਲਜ਼ਾਮ ਲਾ ਕੇ ਤੇ ਉਸ ਸ਼ਖਸ ਦੇ ਮੰਜ਼ਰ ਆਮ ਤੋਂ ਗਾਇਬ ਹੋਣ ਦਾ ਇੱਕ ਜਵਾਬ ਬਣਾਇਆ ਜਾ ਰਿਹਾ ਸੀ ਕਿ ਜੀ ਇਸ ਸ਼ਖਸ ਨੇ ਮੇਰੀ ਬੇਟੀ ਨਾਲ ਜ਼ਿਆਦਤੀ ਕੀਤੀ ਹੈ, ਮੈਂ ਪੁਲਿਸ ਨੂੰ ਇਤਲਾਹ ਦਿੱਤੀ ਹੈ, ਲਿਹਾਜ਼ਾ ਇਹ ਮਫਰੂਰ ਹੈ।
ਇਹ ਜਿਹੜਾ ਰੁਪੋਸ਼ ਹੈ, ਜੀ ਜੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅਸੀਂ ਉਹਦੀ ਲਾਸ਼ ਉੱਥੇ ਸਿੱਟੀ ਹੈ ਔਰ ਉਹ ਸ਼ਨਾਖਤ ਨਹੀਂ ਹੈ, ਬਿਲਕੁਲ ਤੇ ਇਹ ਇਸ ਤਰੀਕੇ ਨਾਲ ਇਹ ਅਗਰ ਰੇਪ ਦਾ ਪਰਚਾ ਕਰਵਾ ਲੈਂਦੇ ਜੀ ਔਰ ਪੁਲਿਸ ਦੀ ਅੱਖਾਂ ਦੇ ਵਿੱਚ ਧੂਲ ਝੋਂਕਣ ਵਿੱਚ ਔਰ ਕਾਮਯਾਬ ਹੋ ਜਾਂਦੇ ਤੇ ਇੱਕ ਐਸਾ ਵਕੂਆ ਹੋਣਾ ਸੀ ਕਿ ਜੀ ਇਹਨਾਂ ਨੇ ਜ਼ਾਲਮ ਦੇ ਬਜਾਏ ਮਜ਼ਲੂਮ ਰਹਿਣਾ ਸੀ। ਬਿਲਕੁਲ ਲਾਸ਼ ਕਦੇ ਸ਼ਨਾਖਤ ਨਹੀਂ ਹੋਣੀ ਸੀ ਔਰ ਉਹਦੀ ਰਪੋਸ਼ੀ ਨੂੰ ਸਮਝਿਆ ਜਾਣਾ ਸੀ ਕਿ ਇਹਨਾਂ ਦੀ ਬੱਚੀ ਨਾਲ ਰੇਪ ਕਰਕੇ ਜ਼ਨਾ ਬਿਲ ਜਬਰ ਕਰਕੇ ਉਹ ਮਫਰੂਰ ਹੈ, ਪਰਮਾਨੈਂਟਲੀ ਗਾਇਬ। ਅੱਛਾ ਸਰ, ਮੈਨੂੰ ਤੁਸੀਂ ਇਹ ਦੱਸਿਓ ਕਿ ਇਹ ਉਹਨੂੰ ਕਿੱਦਾਂ, ਮਤਲਬ ਉਹਨੂੰ ਪਹਿਲੇ ਘਰ ਬੁਲਾਉਂਦੇ, ਘਰੋਂ ਬੁਲਾ ਕੇ ਲੈ ਕੇ ਜਾਂਦੇ, ਜਾਂ ਬਾਹਰੋਂ ਹੀ ਉਹਨੂੰ ਕਿਤੇ ਕਹਿੰਦੇ ਆ ਕਿ ਅਸੀਂ ਉੱਥੇ ਮੱਛਲੀਆਂ ਫੜਨ ਜਾਣਾ ਹੈਗਾ? ਇਹਨਾਂ ਨੇ ਬਕਾਇਦਾ ਬਾਪ ਬੇਟੇ ਦਾ ਪਹਿਲੇ ਮਸ਼ਵਰਾ ਹੁੰਦਾ, ਪੂਰਾ ਪਲਾਨ ਕੀਤਾ ਜਾਂਦਾ, ਉਹ ਜਗ੍ਹਾ ਦਾ ਤਯਨ ਕਰਦੇ ਨੇ ਕਿ ਜੀ ਇਸ ਜਗ੍ਹਾ ਤੇ ਅਸੀਂ ਮਾਰਨਾ ਹੈ ਔਰ ਮਾਰਨ ਤੋਂ ਬਾਅਦ ਉਹਨੂੰ ਵਰਗਲਾਇਆ ਜਾਂਦਾ ਹੈ, ਉਹਨੂੰ ਤਰਗੀਬ ਦਿੱਤੀ ਜਾਂਦੀ, ਉਹਨੂੰ ਚੱਕਰ ਦਿੱਤਾ ਜਾਂਦਾ ਕਿ ਨਾ ਅਸੀਂ ਫਲਾਂ ਤਰੀਕ ਨੂੰ ਫਲਾਂ ਏਰੀਏ ਵਿੱਚ ਜਾ ਕੇ ਤੇ ਅਸੀਂ ਮਛਲੀਆਂ ਪਕੜਨੀਆਂ ਨੇ। ਔਰ ਫਿਰ ਜਿਹੜਾ ਕਿ ਇਹਨਾਂ ਨੇ ਤਸਲੀਮ ਕੀਤਾ ਕਿ ਇਹ ਬਾਈਕ ਤੇ ਉਹਨੂੰ ਲੈ ਕੇ ਜਾਂਦੇ ਨੇ ਔਰ ਸਾਨੂੰ ਇਹਨਾਂ ਦੇ ਗ੍ਰਿਫਤਾਰੀ ਤੋਂ ਪਹਿਲੇ ਹੀ ਸਾਨੂੰ ਇੱਕ ਹੋਰ ਐਵੀਡੈਂਸ ਮਿਲ ਚੁੱਕਿਆ ਸੀ, ਜਿਨ੍ਹਾਂ ਤੋਂ ਬਾਅਦ ਉਸ ਐਵੀਡੈਂਸ ਤੋਂ ਬਾਅਦ ਹੀ ਅਸੀਂ ਇਹਨਾਂ ਦੀ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ ਕਿ ਇਹ ਜਿਹੜਾ ਮੁਲਜ਼ਮ ਹੈ ਅਰਸਲਾਨ ਵਲਦ ਇਰਸ਼ਾਦ, ਇਹ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਤੇ ਜਾਏ ਕਤਲ ਵੱਲੇ ਲੈ ਕੇ ਜਾ ਰਿਹਾ ਸੀ। ਉਹ ਸਾਡੇ ਕੋਲ ਜਦੋਂ ਫੁਟੇਜ ਆ ਗਈ ਔਰ ਉਸ ਤੋਂ ਬਾਅਦ ਸਾਡੇ ਕੋਲ ਇੱਕ ਜਵਾਜ਼ ਯਕੀਨੀ ਤੌਰ ਤੇ ਹੋ ਗਿਆ ਕਿ ਜਿਹੜਾ ਬੰਦਾ ਅਗਵਾ ਹੋਇਆ ਹੈ ਉਹਨੂੰ ਇਹ ਲੈ ਕੇ ਜਾ ਰਿਹਾ ਹੈ, ਤੇ ਅਸੀਂ ਇਹਦੇ ਕੋਲ ਪੁੱਛੀਏ ਕਿ ਵੀ ਤੂੰ ਇਹ ਲੈ ਕੇ ਕਿੱਥੇ ਜਾ ਰਿਹਾ। ਔਰ ਜਦੋਂ ਇਹਨਾਂ ਨੂੰ ਇਸ ਦਰਿਆਫਤ ਵਾਸਤੇ ਪੁਲਿਸ ਨੇ ਕਸਟਡੀ ਵਿੱਚ ਲਿਆ ਤੇ ਔਰ ਦੀਗਰ ਸ਼ਵਾਹਦ ਵੀ ਸਾਨੂੰ ਮਿਲ ਚੁੱਕੇ ਸਨ, CDRਾਂ, CCTV ਫੁਟੇਜ, ਇਹ ਵਾਲੀ ਫੁਟੇਜ ਔਰ ਦੀਗਰ ਸਾਨੂੰ ਜਿਹੜੀ ਮੁਕਾਮੀ ਅਸੀਂ ਰਵਾਇਤੀ ਤੌਰ ਤੇ ਪੁਲਿਸ ਇਨਫੋਰਮੇਸ਼ਨ ਇਕੱਠੇ ਕਰਦੇ ਨੇ, ਉਹ ਸਾਰੀਆਂ ਚੀਜ਼ਾਂ ਨੇ ਇਹਨਾਂ ਦੇ ਵੱਲੇ ਸਾਡਾ ਰੁਖ ਮੁਤਯਨ ਕੀਤਾ ਔਰ ਅਲਹਮਦੁਲਿਲਾ ਇਹਨਾਂ ਨੂੰ ਗ੍ਰਿਫਤਾਰ ਕੀਤਾ। ਔਰ ਇਹਨਾਂ ਨੇ तमाम ਉਹ ਸ਼ਹਾਦਤਾਂ ਸਾਨੂੰ, ਟੈਕਨੀਕਲ ਸ਼ਹਾਦਤਾਂ ਔਰ ਮੋਬਾਈਲ ਦੇ ਮੁਤਲਕ ਸ਼ਹਾਦਤਾਂ, CCTV ਫੁਟੇਜ, ਹੁਣ ਤੇ ਸਾਡੇ ਕੋਲ ਖੈਰ ਵਿਟਨੈਸ ਵੀ ਆ ਗਏ ਨੇ ਜਿਹੜੇ ਕਿ ਸਾਰੇ ਇਸ ਵਕੂਏ ਦੀ ਤਾਇਦ ਕਰਦੇ ਨੇ, ਤਾਇਦ ਹੋਈ ਹੈ ਔਰ ਰਿਕਵਰੀਜ਼ ਵੀ ਉਹ ਹੋ ਗਈਆਂ ਨੇ ਜਿਨ੍ਹਾਂ ਤੋਂ ਨਾ ਇਹਦੇ ਗੱਲ ਵਿੱਚ ਉਹਨੂੰ ਕੋਈ ਸ਼ੱਕ ਨਹੀਂ ਰਿਹਾ ਕਿ ਇਹ ਜ਼ਾਲਮਾਨਾ ਕਤਲ ਇਹਨਾਂ ਦੋਨਾਂ ਮੁਲਜ਼ਮਾਨ ਨੇ ਕੀਤਾ, ਬਾਪ ਬੇਟਾ ਨੇ ਕੀਤਾ, ਪਲੈਨਿੰਗ ਨਾਲ ਕੀਤਾ। ਔਰ ਅਲਹਮਦੁਲਿਲਾ ਮੇਰੀ ਟੀਮ ਨੇ ਕੋਸ਼ਿਸ਼ ਕੀਤੀ, CPO ਸਾਹਿਬਜ਼ਾਦਾ ਬਿਲਾਲ ਉਮਰ ਸਾਹਿਬ ਨੇ ਇੰਤਹਾਈ ਇਸ ਮਾਮਲੇ ਨੂੰ ਹਸਾਸੀਅਤ ਨਾਲ ਲਿਆ ਔਰ ਹਰ ਲਮਹਾ ਨਾ ਸਿਰਫ ਟੀਮਾਂ ਤਸ਼ਕੀਲ ਦਿੱਤੀਆਂ, ਹਰ ਲਮਹਾ ਸਾਨੂੰ ਗਾਈਡ ਕਰਦੇ ਰਹੇ। ਔਰ RPO ਸਾਹਿਬ ਸੁਹੇਲ ਅਖਤਰ ਸਕੇਰਾ ਸਾਹਿਬ, ਉਹ ਵੀ ਇਸ ਮਾਮਲੇ ਵਿੱਚ ਇਨਸਾਨੀ ਜਾਨਾਂ ਦੇ ਬਾਰੇ ਵਿੱਚ, ਇੱਜ਼ਤਾਂ ਦੇ ਤਹਫੁਜ਼ ਦੇ ਬਾਰੇ ਵਿੱਚ ਬਹੁਤ ਹਸਾਸ ਨੇ ਔਰ ਉਹ ਇਹਨਾਂ ਨੇ ਸੁਪਰਵਾਈਜ਼ ਕੀਤਾ ਔਰ ਉਹ ਹਰ 24 ਘੰਟੇ ਤੋਂ ਬਾਅਦ ਮੇਰੇ ਕੋਲ ਇਸ ਕੇਸ ਦੀ ਉਹ ਬਕਾਇਦਾ ਅਪਡੇਟ ਲੈਂਦੇ ਸੀ ਔਰ ਮੈਨੂੰ ਗਾਈਡ ਕਰਦੇ ਰਹੇ ਨੇ। ਅਲਹਮਦੁਲਿਲਾ ਇੱਕ ਟੀਮ ਵਰਕ ਹੈ ਔਰ ਇਸ ਟੀਮ ਵਰਕ ਦੇ ਵਿੱਚ RPO ਸਾਹਿਬ ਸੁਹੇਲ ਅਖਤਰ ਸਕੇਰਾ ਸਾਹਿਬਜ਼ਾਦਾ ਬਿਲਾਲ ਉਮਰ ਸਾਹਿਬ ਤੋਂ ਲੈ ਕੇ ਮੇਰੇ ਉਹ ਕਾਂਸਟੇਬਲ ਜਿਨ੍ਹਾਂ ਨੇ ਉਹਨੂੰ ਗ੍ਰਿਫਤਾਰ ਕੀਤਾ, ਮੇਰੇ DSP ਔਰ ਮੇਰਾ SHO ਰਿਆਜ਼ ਸਾਹਿਬ, ਤਫਤੀਸ਼ੀ ਅਬਾਸ ਸਾਹਿਬ, ਇਹ ਸਾਰੀ ਇੱਕ ਟੀਮ ਵਰਕ ਹੁੰਦਾ ਹੈ ਔਰ ਅੱਲਾਹ ਤਾਲਾ ਨੇ ਸਾਨੂੰ ਕਾਮਯਾਬੀ ਦਿੱਤੀ। ਔਰ ਇੱਕ ਮੈਂ ਸਮਝਣਾ ਕਿ ਇੱਕ ਐਸਾ ਵਕੂਆ ਜਿਹਦੇ ਵਿੱਚ ਇੱਕ ਡੈੱਡ ਬੋਡੀ ਮਿਲਦੀ ਹੈ ਜਿਹੜੀ ਕਿ ਬੇਲਬਾਸ ਹੁੰਦੀ ਹੈ, ਜਿੰਦਾ ਸਿਰ ਜਿਹੜਾ ਹੈਗਾ ਉਹ ਧੜ ਦੇ ਨਾਲ ਨਹੀਂ ਹੁੰਦਾ, ਜਿਹੜੀ ਕਿ ਬਹੁਤ ਸਾਰੇ ਲੋਕਾਂ ਦੇ ਵਾਸਤੇ ਬਾਇਸੇ ਖੌਫ ਸੀ ਔਰ ਪੁਲਿਸ ਵਾਸਤੇ ਇੱਕ ਚੈਲੰਜ ਸੀ। ਔਰ ਅਲਹਮਦੁਲਿਲਾ ਅੱਲਾਹ ਤਾਲਾ ਨੇ ਆਪਣੇ ਫਜ਼ਲ ਕਰਮ ਨਾਲ ਪੁਲਿਸ ਨੂੰ ਇਸ ਚੈਲੰਜ ਦੇ ਵਿੱਚ ਸੁਰਖਰੂ ਕੀਤਾ। ਬਹੁਤ ਸ਼ੁਕਰੀਆ। ਤੁਸੀਂ ਵੇਖਿਆ ਕਿ ਫੈਸਲਾਬਾਦ ਦੇ ਵਿੱਚ ਜਿਹੜਾ ਬੜਾ ਅਫਸੋਸਨਾਕ ਵਾਕਿਆ ਪੇਸ਼ ਆਇਆ ਸੀ, ਇੱਕ ਲਾਸ਼ ਮਿਲੀ ਸੀ ਜਿਹਦਾ ਸਿਰ ਕੱਟਿਆ ਸੀਗਾ, ਮੁਲਜ਼ਮ ਗ੍ਰਿਫਤਾਰ ਹੋ ਗਏ। ਇਹਦੇ ਹਵਾਲੇ ਨਾਲ SHO ਸਾਹਿਬ ਸਾਡੇ ਨਾਲ ਹੋਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਮੁਲਜ਼ਮ ਫੜੇ ਸੀ, ਕਿੱਥੇ ਮੁਲਜ਼ਮ ਸੀ। ਇਸ ਕੇਸ ਦੇ ਹਵਾਲੇ ਨਾਲ ਸਾਡੇ ਨਾਲ SHO ਰਿਆਜ਼ ਸਾਹਿਬ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਰਿਆਜ਼ ਭਾਈ ਸਰ ਦੱਸਿਓ ਕਿ ਕਿੰਜ ਇਹਨਾਂ ਨੇ ਕਤਲ ਉਹਦਾ ਕੀਤਾ ਸੀ, ਮੁਲਜ਼ਮ ਤੋਂ ਫੜ ਲਿਆ, ਇਹਨਾਂ ਨੇ ਮਾਰਿਆ, ਇਹਨਾਂ ਨੇ ਕਤਲ ਉਹਦਾ ਕਿੰਜ ਕੀਤਾ ਸੀ ਜਿਹੜੀ ਉਹਦੀ ਗਰਦਨ ਹੀ ਲਾ ਦਿੱਤੀ ਸੀ ਇਹਨਾਂ ਨੇ? ਬਹੁਤ ਸ਼ੁਕਰੀਆ। ਅੱਛਾ, ਇਸ ਤਰ੍ਹਾਂ ਨਾ ਕੀਤਾ ਸੀ, ਇਹਨਾਂ ਇਸ ਬਹਾਨੇ 'ਚ ਲੈ ਗਏ ਸੀ ਕਿ ਉੱਥੇ ਮੱਛਲੀ ਫਾਰਮ ਹੈ ਤੇ ਮੱਛੀ ਜਾ ਕੇ ਆਪਣਾ ਪਕੜਾਂਗੇ। ਮੁਲਜ਼ਮ ਹੀ ਔਰ ਮਕਤੂਲ ਦੋਨੋਂ ਆਪਸ ਦੋਸਤ ਨੇ ਔਰ ਮੱਛੀ ਦੇ ਬੜੇ ਸ਼ੌਕੀਨ ਨੇ, ਸ਼ਿਕਾਰੀ ਨੇ। ਉਸ ਵਾਲੇ ਉੱਥੇ ਲੈ ਗਏ ਨੇ, ਜਾ ਕੇ ਉਹਨੂੰ ਕਿਹਾ ਕੱਪੜੇ ਉਤਾਰ ਦਿਓ ਆਪਣੇ, ਅਸੀਂ ਮੱਛੀ ਪਕੜਨੀ। ਕੱਪੜੇ ਉਹਨੂੰ ਉਤਾਰ ਦਿੱਤੇ ਨੇ। ਉਤਾਰਨ ਤੋਂ ਬਾਅਦ ਆਪਣੇ ਬੇਟੇ ਨੂੰ ਕਿਹਾ ਕਿ ਇਹਨੂੰ ਪਿੱਛੋਂ ਜੱਫਾ ਮਾਰ। ਇਹਨੇ ਜੋ ਬੇਟੇ ਨੂੰ ਜੱਫਾ ਮਾਰਿਆ ਇਹਨੇ ਸਿਰ 'ਚ ਬਰਛੀ ਮਾਰ ਦਿੱਤੀ, ਉਹ ਸਿਰ 'ਚ।
ਉਹ ਜ਼ਖਮੀ ਹੋ ਗਿਆ। ਫਿਰ ਉਹਨੇ ਆਪਣੇ ਆਪ ਨੂੰ ਡਿਫੈਂਸ ਕੀਤਾ, ਉਹਨੇ ਬਾਜ਼ੂਆਂ ਤੇ ਵੀ ਉਹਨੂੰ ਜ਼ਖਮ ਹੋਏ ਨੇ, ਉਹਦੇ ਹੱਥ ਤੇ ਜ਼ਖਮ ਹੋਏ ਨੇ। ਉਹ ਬੰਦਾ ਗਿਰ ਗਿਆ, ਬਾਅਦ ਵਿੱਚ ਉਸੇ ਬਰਛੀ ਨਾਲ ਉਹਦਾ ਗਲਾ ਕੱਟਿਆ ਬੇਦਰਦੀ ਨਾਲ। ਉਹ ਗਲਾ ਕੱਟਣ ਤੋਂ ਬਾਅਦ ਕਿਸੇ ਵੇਖਿਆ ਵੀ ਬੰਦਾ ਮਰ ਗਿਆ। ਉਸ ਤੋਂ ਬਾਅਦ ਉਹਦੀ ਇੱਕ ਉਹਦਾ ਸਿਰ ਸੀ ਉਹ ਅਲੱਗਾ ਕਰਕੇ ਨਾ ਇੱਕ ਛਾਪਰ 'ਚ ਪਾਇਆ। ਕੱਪੜੇ ਉਹਦੇ ਕਿਹੜੇ ਖੂਨ ਲੂਦ ਬਾਕੀ ਬੱਚੇ ਸੀ ਉਹ ਉਹਨੇ ਛਾਪਰ 'ਚ ਪਾਏ ਨੇ। ਛਾਪਰ 'ਚ ਪਾ ਕੇ ਉਹਨੇ ਮੁਕੰਮਲ ਆਇਡੈਂਟੀ ਖਤਮ ਕਰਤੀ ਵੀ ਕੋਈ ਬੰਦਾ ਉਹਦੀ ਸ਼ਨਾਖਤ ਨਾ ਕਰੇ। ਉਹਨੂੰ ਛਾਪਰ 'ਚ ਪਾ ਕੇ ਉਹਦੇ ਮੋਟਰਸਾਈਕਲ 'ਤੇ ਵਾਪਸ ਆ ਕੇ ਨਹਿਰ 'ਤੇ ਵਾਪਸ ਐਕਸਪ੍ਰੈਸਵੇ 'ਤੇ ਆਏ ਨੇ। ਉੱਥੇ ਆ ਕੇ ਨਹਿਰ ਦੇ ਕਿਨਾਰੇ ਇੱਕ ਝਾੜੀ 'ਚ ਨਾ ਉਹ ਛੁਪਾ ਦਿੱਤੇ ਨੇ। ਬਰਛੀ ਤੇ ਕਿਹੜਾ ਮੋਬਾਈਲ ਫੋਨ ਸੀ ਇਹਨਾਂ ਨਹਿਰ ਸੁੱਟ ਦਿੱਤਾ ਹੈ। ਉਹਦਾ ਸਿਰ ਤੇ ਕਿਹੜੇ ਕੱਪੜੇ ਨੇ ਨਾ ਉਹ ਛਾਪਰ ਪਵਾ ਕੇ ਉੱਥੇ ਨਾ ਝਾੜੀ 'ਚ ਛੁਪਾ ਦਿੱਤੇ ਨੇ। ਅੱਛਾ, ਜਿੱਥੇ ਇਹਨਾਂ ਨੇ ਕਤਲ ਕੀਤਾ ਸੀ ਉੱਥੇ ਕੋਈ ਹੋਰ ਬੰਦਾ ਜਾਂ ਕੋਈ ਇਹੋ ਜਿਹੀ ਜਗ੍ਹਾ ਨਹੀਂ ਸੀ ਹੈ ਜਿੱਥੇ ਕੋਈ ਦੇਖ ਰਿਹਾ ਹੋਵੇ, ਜਿੱਥੇ ਇਹ ਬੜੀ ਬੇਦਰਦੀ ਨਾਲ ਉਹਨੂੰ ਕਤਲ ਕਰ ਰਹੇ ਸੀ? ਅਸਲ ਇਹਨਾਂ ਨੇ ਜੋ ਵਕੂਆ ਕੀਤਾ ਉਹ ਇਸ਼ਾ ਟਾਈਮ ਕੀਤਾ, ਰਾਤ ਨੂੰ ਮਗਰਬ ਤੋਂ ਬਾਅਦ ਇਹ ਗਏ ਨੇ ਉੱਥੇ। ਉਹ ਇਸ਼ਾ ਟਾਈਮ ਉੱਥੇ ਕੋਈ ਬੰਦਾ ਹੋਰ ਨਹੀਂ ਸੀ। ਤਾਂ ਅਗਰ ਦਿਨ ਹੁੰਦਾ ਤਾਂ ਲੋਕ ਵੇਖਣਾ ਸੀਗਾ। ਇਸ਼ਾ ਟਾਈਮ ਇਹਨੇ ਕੀਤਾ, ਹਨੇਰਾ ਸੀ, ਉੱਥੇ ਕੋਈ ਬੰਦਾ ਮੌਜੂਦ ਨਹੀਂ ਸੀਗਾ। ਇਹਨਾਂ ਇਸ ਚੀਜ਼ ਦਾ ਇਹਨੇ ਫਾਇਦਾ ਉਠਾਇਆ ਕਿ ਸਾਈਡ ਤੋਂ ਕੋਈ ਬੰਦਾ ਨਹੀਂ। ਇਹ ਬੰਦਾ ਕਿਹੜਾ ਅਰਸ਼ਾਦ ਹੈ, ਉਸੇ ਮਛਲੀ ਫਾਰਮ ਤੇ 3 ਸਾਲ ਮੁਲਾਜ਼ਮ ਰਿਹਾ। ਅੱਛਾ ਇਹਨੂੰ ਉਸ ਜਗ੍ਹਾ ਦਾ ਪਤਾ ਸੀ, ਇਸ ਵਾਸਤੇ ਉੱਥੇ ਇਹਨੂੰ ਲੈ ਗਿਆ। ਅੱਛਾ, ਇਹ ਕ੍ਰਿਮੀਨਲ ਰਿਕਾਰਡ ਹੈਗਾ ਵਾ ਜਾਂ ਇਹ ਪਹਿਲੇ ਵੀ ਕੋਈ ਕਤਲ ਇਹਨੇ ਕੋਈ ਕੀਤੇ ਜਾਂ ਇਹਦਾ ਪਹਿਲਾ ਹੀ ਕੇਸ ਇਹ ਵਾਲਾ ਹੈਗਾ? ਨਹੀਂ, ਇਹ ਪਹਿਲੇ ਕੋਈ ਇਸ ਤਰ੍ਹਾਂ ਕ੍ਰਿਮੀਨਲ ਰਿਕਾਰਡ ਨਹੀਂ ਹੈ। ਇਹਨੇ ਇਸੇ ਗੱਲ ਤੋਂ ਕੀਤਾ। ਉਹ ਬੰਦਾ ਕਿਹੜਾ ਸੀ, ਉਹ ਕਹਿੰਦਾ ਸੀ ਬੇਟੀ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ, ਇਹ ਦੇਣ ਨੂੰ ਤਿਆਰ ਨਹੀਂ ਸੀ। ਉਹ ਕਹਿੰਦਾ ਸੀ ਤੁਸੀਂ ਮੈਂ ਤਸਵੀਰਾਂ ਹੈਗੀਆਂ, ਉਸ ਤੋਂ ਇਲਾਵਾ ਮੇਰੇ ਕੋਲ ਕੋਈ ਸਬੂਤ ਨੇ, ਪੈਸੇ ਤੁਸੀਂ ਲੈ ਨੇ ਨਹੀਂ ਦਿਓਗੇ ਤੇ ਮੈਂ ਇਹ ਚੀਜ਼ਾਂ ਲੋਕਾਂ ਨੂੰ ਦੱਸਾਂਗਾ ਔਰ ਤੁਹਾਨੂੰ ਬਿਸਤ ਕਰਾਂਗਾ। ਇਹਨੇ ਇਸ ਆ ਕੇ ਤੇ ਆਪਣੇ ਜ਼ਿਹਨ 'ਚ ਮਨਸੂਬਾਬੰਦੀ ਕੀਤੀ ਕਿ ਚੀਜ਼ਾਂ ਮੁਕੰਮਲ ਤੌਰ 'ਤੇ ਖਤਮ ਕਰਤਾ ਜਾਵੇ ਤਾਂ ਕਿਸੇ ਨੂੰ ਪਤਾ ਹੀ ਨਾ ਚੱਲੇ ਬੰਦਾ ਕੌਣ ਹੈ। ਅੱਛਾ, ਇਹਦੇ ਵਿੱਚ ਇਹ ਬਾਪ ਔਰ ਬੇਟੇ ਤੋਂ ਇਲਾਵਾ ਵੀ ਕੋਈ ਨਾ ਕੋਈ ਸ਼ਾਮਲ ਹੈ ਜਾਂ ਬਸ ਇਹ ਦੋ ਹੀ ਸੀਗੇ? ਸਰਦਸ ਕਿਹੜੀ ਤਫਤੀਸ਼ ਹੈ, ਮਜ਼ੀਦ ਕਰ ਰਹੇ ਹਾਂਗੇ। ਸਰਦਸ ਤਫਤੀਸ਼ ਕਿਹੜੀ ਜਾਰੀ ਹੈ। ਸਰਦਸ ਕਿਹੜੇ 2 ਮੁਲਜ਼ਮ ਨੇ, ਇਹ ਮੇਨ ਨੇ। ਇਸ ਤੋਂ ਇਲਾਵਾ ਕੋਈ ਹੋਇਆਗਾ ਤਫਤੀਸ਼ ਦੌਰਾਨ ਤੇ ਚਲਾਓ ਗ੍ਰਿਫਤਾਰ। ਅੱਛਾ, ਜਦੋਂ ਇਹਨਾਂ ਨੇ ਕਤਲ ਕੀਤਾ, ਕਤਲ ਕਰਕੇ ਇਹ ਕਿਤੇ ਗਾਇਬ ਹੋਏ ਜਾਂ ਸਕੂਨ ਆਪਣੇ ਘਰ ਰਹਿਣ ਲੱਗ ਪਏ ਜਿੱਦਾਂ ਨਾਰਮਲ ਰਹਿੰਦੇ? ਇਹ ਆਪਦੀ ਰੂਟੀਨ ਲਾਈਫ ਵਿੱਚ ਲੈ ਰਹੇ ਸੀ ਥਾਣੇ, ਉੱਥੇ ਆਪਣੇ ਘਰ 'ਚ ਰਹਿ ਰਹੇ ਸੀ। ਇਹ ਰੂਟੀਨ ਅਸੀਂ 2-3 ਦਫਾ ਇਹਨਾਂ ਨੂੰ ਬੁਲਾਇਆ ਵੀ ਹੈ ਸਸਪੈਕਟ ਤੌਰ ਤੇ। ਥਾਣੇ ਅੰਦਰ ਰਹਿੰਦੇ ਆ ਕੇ ਸ਼ਾਮ ਨੂੰ 30 ਹੋਏ ਨੇ ਮੁਦਈਆਂ ਨਾਲ। ਮਤਲਬ ਕਿ ਇਹਨਾਂ ਆਪਣੇ ਆਪਣੀ ਸਮਝਾ ਸਮਝ ਕਿਸੇ ਗੱਲ ਦਾ ਪਤਾ ਹੀ ਨਹੀਂ ਹੈ। ਲੇਕਿਨ ਮੁਦਈਆਂ ਦਾ ਸਸਪੈਕਟ ਕਿਹੜੀ ਚੀਜ਼ਾਂ ਬਾਅਦ ਇਹਨਾਂ ਦਰਖਾਸਤ ਦੇ ਦਿੱਤੀ ਰੇਪ ਦੀ, ਤਾਂ ਉਹ ਚੀਜ਼ਾਂ ਸਾਡੇ ਕੋਲ ਸ਼ੱਕ ਨਹੀਂ ਹੈ ਵੀ ਬੰਦਾ ਗਾਇਬ ਹੈ, ਉਹਦੇ ਖਿਲਾਫ ਇਹ ਰੇਪ ਦੀ ਦਰਖਾਸਤ ਦੇ ਰਹੇ। ਉਹ ਵੀ ਵਕੂਆ 3-4 ਮਹੀਨੇ ਪਹਿਲਾਂ ਦਾ ਬਤਾ ਰਹੇ ਨੇ। ਅਗਰ ਇਹਨਾਂ ਦਾ ਰੇਪ ਬੱਚੀ ਨਾ ਹੋਇਆ ਤਾਂ ਪਹਿਲਾਂ ਸਾਨੂੰ ਦਰਖਾਸਤ ਦੇ ਦਿੰਦੇ ਆ। ਅੱਛਾ, ਇਹਨਾਂ ਨੇ ਜਿਹੜਾ ਪਲਾਨ ਕੀਤਾ ਪੂਰਾ, ਜਿਹੜਾ ਮਤਲਬ ਉਹਨੂੰ ਕਤਲ ਕਰਨ ਦਾ ਇਹਨਾਂ ਨੇ ਪੂਰਾ ਪਲਾਨ ਕੀਤਾ, ਪਹਿਲੇ ਘਰ 'ਚ ਮਸ਼ਵਰਾ ਕਰਕੇ ਗਏ ਜਾਂ ਇਹ ਦੋਵੇਂ ਬਾਹਰ ਪਿਓ ਪੁੱਤਰ ਜਿਹੜੇ ਬਾਹਰ ਹੀ ਮਸ਼ਵਰਾ ਕਰਦੇ ਰਹੇ? ਇਹਦਾ ਫਿਲਹਾਲ ਨਾ ਦੇ ਬਾਪ ਦੇ ਜ਼ਿਹਨੀ ਸਾਰੀ ਚੀਜ਼ਾਂ ਸੀਗੀਆਂ। ਇਹਨੇ ਬੇਟੇ ਨੂੰ ਜਾ ਕੇ ਦੁਕਾਨ ਤੋਂ ਬੁਲਾ ਕੇ ਲਿਆਂਦਾ। ਇਹਦਾ ਬੇਟਾ ਦੁਕਾਨ ਤੇ ਹਮਾਮ ਤੇ ਕੰਮ ਕਰਦਾ ਹੈ। ਇਹਨੂੰ ਜਾ ਕੇ ਇਹਨੇ ਖੁਦ ਬੁਲਾਇਆ, ਬੁਲਾ ਕੇ ਤੇ ਫਿਰ ਨਾਲ ਲੈ ਕੇ ਉਹਨਾਂ ਨੂੰ ਉਸ ਬੰਦੇ ਨਾਲ ਬਿਠਾ ਦਿੱਤਾ ਮੋਟਰਸਾਈਕਲ ਤੇ। ਆਪੇ ਪਿੱਛੇ ਰਕਸ਼ਾ ਚਲਾ ਗਿਆ, ਗੱਟ ਜਾ ਕੇ ਇਕੱਠੇ ਹੋ ਗਏ ਨੇ। ਫਿਰ ਤਿੰਨੇ ਇੱਕ ਮੋਟਰਸਾਈਕਲ ਜਾ ਕੇ ਚਲੇ ਗਏ। ਤੇ ਬੇਟੇ ਨੂੰ ਪਹਿਲੇ ਦੱਸ ਦਿੱਤਾ ਸੀ ਅੱਜ ਦਾ ਆਪਾਂ ਕਤਲ ਕਰਨਾ? ਜ਼ਾਰਾ ਬੇਟੇ ਨੂੰ ਮਾਲੂਮ ਹੈ ਤਾਂ ਹੀ ਨਾਲ ਸਾਥ ਗਿਆ। ਬਹੁਤ ਸ਼ੁਕਰੀਆ ਸਰ। ਤੁਸੀਂ ਵੇਖਿਆ ਕਿ ਫੈਸਲਾਬਾਦ ਦੇ ਵਿੱਚ ਬੜਾ ਅਫਸੋਸਨਾਕ ਵਾਕਿਆ ਪੇਸ਼ ਆਇਆ ਸੀਗਾ, ਜਿਹਦੇ ਵਿੱਚ ਇੱਕ ਲਾਸ਼ ਮਿਲਦੀ ਸੀ ਜਿਹਦਾ ਸਿਰ ਕੱਟਿਆ ਸੀਗਾ। ਮੁਲਜ਼ਮ ਬਾਪ ਔਰ ਬੇਟਾ, ਇਹ ਉਹ ਮੁਲਜ਼ਮ ਨੇ ਜਿਹੜੇ ਇਹ ਦੋਵੇਂ ਬਾਪ ਬੇਟਾ ਮੁਲਜ਼ਮ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਉਸ ਮੁਲਜ਼ਮ ਜਿਹੜਾ ਉਹ ਕਤਲ ਹੋ ਗਿਆ ਮਕਤੂਲ ਦਾ, ਕਿ ਸਾਡੀ ਧੀ ਤੇ ਇਹਦੀ ਬੁਰੀ ਨਜ਼ਰ ਸੀ, ਸਾਡੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਲੇਕਿਨ ਅਸੀਂ ਉਹਦਾ ਵਿਆਹ ਨਹੀਂ ਕਰਨਾ ਚਾਹੁੰਦੇ ਸੀ, ਜਿਹਦੀ ਵਜ੍ਹਾ ਤੋਂ ਇਹਨਾਂ ਨੇ ਉਹਦਾ ਬੜੀ ਹੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ। ਖੈਰ, ਇਸ ਤਰ੍ਹਾਂ ਦੇ ਜਿੰਨੇ ਵੀ ਜੁਰਮ ਛੁਪਦੇ ਨਹੀਂ, ਕਿਉਂਕਿ ਫੈਸਲਾਬਾਦ ਦੀ ਪੁਲਿਸ ਬੜੀ ਹੀ ਮੁਤਹਰਕ ਹੈਗੀ ਆ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਟੈਕਨੀਕਲ ਦੇ ਨਾਲ ਤਰੀਕੇ ਨਾਲ ਇਸ ਮੁਲਜ਼ਮਾਂ ਤੱਕ ਪਹੁੰਚੇ ਜਿਹੜੇ ਬਿਲਕੁਲ ਆਰਾਮ ਸਕੂਨ ਤੁਰੇ ਫਿਰਦੇ ਸੀ, ਔਰ ਇਹਨਾਂ ਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਿ ਅਸੀਂ ਫੜੇ ਜਾਵਾਂਗੇ, ਕਿਉਂਕਿ ਇਹਨਾਂ ਨੇ ਇਸੇ ਤਰ੍ਹਾਂ ਉਹਦਾ ਕਤਲ ਕੀਤਾ ਸੀ। ਉਹਦੀ ਲਾਸ਼ ਕਿਤੇ ਹੋਰ ਸੀ, ਉਹਦਾ ਗਲਾ ਕਿਤੇ ਹੋਰ ਸੀਗਾ, ਕੋਈ ਉਹਦਾ ਸਬੂਤ ਨਹੀਂ ਸੀ ਛੱਡਿਆ। ਖੈਰ, ਪੁਲਿਸ ਨੇ ਫਿਰ ਵੀ ਬੜੀ ਹੀ ਚੰਗੀ ਕਾਰਵਾਈ ਕੀਤੀ ਹੈ, ਜਿਹਦੇ ਵਿੱਚ ਇਹਨਾਂ ਬਾਪ ਔਰ ਬੇਟੇ ਨੂੰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ।